ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਜੀ ਤੁਹਾਡਾ ਟੀਚਰ ਚੈਨਲ ਵਿੱਚ। ਅੱਜ ਅਸੀਂ ਕਰਾਂਗੇ ਬਾਬੂ ਫਿਰੋਜ਼ੁਦੀਨ ਸ਼ਰਫ, ਜਿਨ੍ਹਾਂ ਨੂੰ ਪੰਜਾਬ ਦੀ ਬੁਲਬੁਲ ਤੇ ਵਾਰਿਸ ਸ਼ਾਹ ਦੇ ਵਾਰਿਸ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਅੱਜ ਅਸੀਂ ਬਾਬੂ ਫਿਰੋਜ਼ੁਦੀਨ ਸ਼ਰਫ ਜੀ ਬਾਰੇ ਪੜ੍ਹਨਾ ਹੈ। ਇਸ ਤੋਂ ਪਹਿਲਾਂ ਅਸੀਂ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਧਨੀਰਾਮ ਚਾਤ੍ਰਿਕ ਜੀ ਬਾਰੇ ਪੜ੍ਹ ਚੁੱਕੇ ਹਾਂ। ਤਾਂ ਨਾਲ ਹੀ ਸਾਡੀ MCQ ਲੜੀ ਜਿਹੜੀ ਹੈ, ਪ੍ਰਸ਼ਨ ਲੜੀ ਜਿਹੜੀ ਹੈ, ਉਹ ਚੈਨਲ 'ਤੇ ਚੱਲ ਰਹੀ ਹੈ। ਠੀਕ ਹੈ ਜੀ, ਅਤੇ ਇੱਧਰ ਆਪਾਂ ਥਿਊਰੀ ਵੀ ਕਰ ਰਹੇ ਹਾਂ। ਤਾਂ ਵੱਧ ਤੋਂ ਵੱਧ ਆਪਣੇ ਸਾਰੇ ਸਾਥੀਆਂ ਨੂੰ ਸ਼ੇਅਰ ਕਰੋ, ਤਾਂ ਕਿ ਜਿਨ੍ਹਾਂ ਕੋਲ ਕਿਤਾਬਾਂ ਨਹੀਂ ਵੀ ਹਨ ਤਾਂ ਉਹ ਜ਼ਰੂਰ ਇਹ ਮਤਲਬ ਵੀਡੀਓ ਜਿਹੜੀ ਹੈ ਦੇਖ ਲੈਣ। ਤਾਂ ਬਾਕੀ ਇਹ 11ਵੀਂ ਦੀ ਕਿਤਾਬ ਇਲੈਕਟਿਵ ਦੀ ਹੈ, ਪੰਜਾਬੀ ਕਾਵ ਝਲਕ ਅਤੇ ਇਤਿਹਾਸ। ਮੈਂ ਉੱਥੋਂ ਇਹ ਕਰਵਾ ਰਹੀ ਹਾਂ। ਠੀਕ ਹੈ ਜੀ, ਕਰਦੇ ਹਾਂ ਜੀ ਬਾਬੂ ਫਿਰੋਜ਼ੁਦੀਨ ਸ਼ਰਫ। ਠੀਕ ਹੈ ਨਾ, ਇੱਕ ਅਜਿਹੇ ਕਵੀ ਨੇ ਇਹ ਸਾਡੇ ਪੰਜਾਬੀ ਸਾਹਿਤ ਦੇ, ਜੋ ਪੂਰੀ ਤਰ੍ਹਾਂ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਹੋਏ ਨੇ। ਆਪਣੀ ਮਾਂ ਪੰਜਾਬੀ ਨੂੰ ਮਾਂ ਬੋਲੀ ਦੇ ਸਮਾਨ ਸਮਝਦੇ ਹਨ। ਠੀਕ ਹੈ, ਆਪਾਂ ਪੜ੍ਹਾਂਗੇ ਉਹਨਾਂ ਬਾਰੇ ਸਾਰਾ। ਤਾਂ ETT ਵਾਲੇ ਜਿਨ੍ਹਾਂ ਨੂੰ MCQ ਕਰਨ 'ਚ ਦਿੱਕਤ ਆਉਂਦੀ ਆ, ਜਦੋਂ ਉਹ ਇਸ ਤਰ੍ਹਾਂ ਥਿਊਰੀ ਪੜ੍ਹਨਗੇ ਤਾਂ ਉਹਨਾਂ ਨੂੰ ਕੋਈ ਵੀ ਜਿਹੜੀ ਦਿੱਕਤ ਆ ਉਹ ਨਹੀਂ ਆਵੇਗੀ, ਉਹਨਾਂ ਨੂੰ ਆਸਾਨ ਲੱਗਣਗੇ MCQ। ਠੀਕ ਹੈ ਜੀ, ਮਾਸਟਰ ਕੇਡਰ ਨੂੰ ਤਾਂ ਚਲੋ ਇਹਨਾਂ ਬਾਰੇ ਪਤਾ ਹੀ ਹੁੰਦਾ ਹੈ, ਫਿਰ ਵੀ ਉਹ ਵੀ ਸੁਣ ਲੈਣ, ਕਿਉਂਕਿ ਜਿੰਨੀ ਵੀ ਪੇਪਰ ਦੀ ਤਿਆਰੀ ਕੀਤੀ ਜਾਵੇ ਓਨਾ ਹੀ ਘੱਟ ਹੁੰਦਾ ਹੈ। ਚਲੋ ਬਈ, ਜੀਵਨ ਹੈ ਵੀ, ਸਮਾਂ ਨੋਟ ਕਰ ਲਈਏ। 1898 ਤੋਂ 1955 ਤੱਕ ਦਾ ਸਮਾਂ ਹੈ ਬਾਬੂ ਫਿਰੋਜ਼ੁਦੀਨ ਸ਼ਰਫ ਜੀ ਦਾ। ਠੀਕ ਹੈ ਜੀ, ਤਾਂ ਧਨੀਰਾਮ ਚਾਤ੍ਰਿਕ ਦੇ ਵਾਂਗੂ ਹੀ ਇਹ ਵੀ ਜਿਹੜੇ ਨੇ ਪੰਜਾਬੀਅਤ ਦੇ ਕਵੀ ਨੇ। ਪੰਜਾਬੀ ਬੋਲੀ ਨੂੰ ਆਪਣੀ ਮਾਂ ਸਮਾਨ ਸਮਝਦੇ ਨੇ। ਠੀਕ ਹੈ, ਆਪਾਂ ਕਰਦੇ ਹੁੰਦੇ ਹਾਂ MCQ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ। ਦੇਖਦੇ ਹਾਂ ਜੀ, ਫਿਰੋਜ਼ੁਦੀਨ ਸ਼ਰਫ ਦਾ ਜਨਮ ਜਿਹੜਾ ਹੈ 1898 ਈਸਵੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਤੋਲਾ ਨੰਗਲ ਵਿੱਚ ਹੋਇਆ। ਠੀਕ ਹੈ ਜੀ, ਜ਼ਿਲ੍ਹਾ ਨੋਟ ਕਰ ਲੈਣਾ। ਠੀਕ ਹੈ, ਪਿੰਡ ਦੇਖ ਲੈਣਾ, ਜਨਮ ਮਿਤੀ ਦੇਖ ਲੈਣੀ। ਉਸਦੇ ਪਿਤਾ ਦਾ ਨਾਮ ਵੀਰੂ ਖਾਂ ਹੈ, ਜੋ ਕਿ ਰੇਲਵੇ ਪੁਲਿਸ ਦੇ ਮੁਲਾਜ਼ਮ ਸੀਗੇ। ਠੀਕ ਹੈ ਜੀ, ਅਤੇ ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਮਾਇਕ ਔਂਕੜਾ ਕਾਰਨ ਸ਼ਰਫ ਸਕੂਲ ਦੀਆਂ 2 ਕੁ ਜਮਾਤਾਂ ਤੋਂ ਅੱਗੇ ਪੜ੍ਹ ਨਾ ਸਕਿਆ। ਠੀਕ ਹੈ ਜੀ, ਦੇਖੋ ਕਿੱਡੀ ਮਤਲਬ ਕਿੰਨੀਆਂ ਮੁਸ਼ਕਿਲਾਂ ਝੱਲੀਆਂ ਨਾ ਉਹਨਾਂ ਨੂੰ। ਦੇਖੋ, ਉਹਨਾਂ ਦੇ ਪਿਤਾ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ, ਪਿਤਾ ਦੀ ਮੌਤ ਹੋ ਗਈ ਹੈ ਛੋਟੀ ਜਿਹੀ ਉਮਰ ਦੇ ਵਿੱਚ ਹੀ। ਤਾਂ ਫਿਰ ਘਰ ਦੇ ਵਿੱਚ ਪੈਸੇ ਧੇਲੇ ਦੀ ਵੀ ਦਿੱਕਤ ਹੁੰਦੀ ਹੋਵੇਗੀ ਕਿੰਨੀ। ਤਾਂ ਇਸ ਕੰਡੀਸ਼ਨਾਂ ਦੇ ਵਿੱਚੋਂ ਲੰਘ ਕੇ ਪੜ੍ਹਾਈ ਵੀ ਦੇਖ ਲਓ, ਕੁਛ ਵੀ ਨਹੀਂ ਆ, ਪ੍ਰਾਇਮਰੀ ਸਿੱਖਿਆ ਵੀ ਨਹੀਂ ਪੂਰੀ ਲਈ ਹੋਈ ਹੈ ਨਾ, ਸਿਰਫ 2 ਕੁ ਜਮਾਤਾਂ ਹੀ ਪੜ੍ਹੀਆਂ ਨੇ। ਤਾਂ ਫਿਰ ਵੀ ਇੰਨਾ ਵੱਡਾ ਦੁਨੀਆ ਦੇ ਵਿੱਚ ਆਪਣਾ ਪੰਜਾਬੀ ਸਾਹਿਤ 'ਚ ਆਪਣਾ ਇੰਨਾ ਨਾਮ ਬਣਾ ਕੇ ਜਾਣਾ, ਕੋਈ ਸੌਖੀ ਗੱਲ ਤਾਂ ਨਹੀਂ ਹੈ ਨਾ। ਸੋ ਸਾਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਔਂਕੜਾ ਤੋਂ ਘਬਰਾਉਣਾ ਨਹੀਂ ਚਾਹੀਦਾ। ਅਤੇ ਆਪਣੇ ਕੋਲ ਤਾਂ ਬਹੁਤ ਸਾਰੀਆਂ ਸਹੂਲਤਾਂ ਨੇ। ਦੇਖੋ ਇਹਨਾਂ ਨੇ ਕਿਸ ਤਰ੍ਹਾਂ ਆਪਣਾ ਨਾਮ ਬਣਾਇਆ ਆ ਦੁਨੀਆ 'ਤੇ, ਹੈ ਨਾ। ਕਰਦੇ ਹਾਂ ਜੀ ਅੱਗੇ। ਇਸ ਕਰਕੇ ਘਬਰਾਉਣਾ ਨਹੀਂ ਚਾਹੀਦਾ ਕਦੇ ਵੀ, ਹੈ ਨਾ। ਜਿੱਦਾਂ ਹੁਣ ਬਹੁਤ ਸਾਰੇ ਸਾਥੀ ਘਬਰਾਏ ਹੋਏ ਨੇ, ਸਾਰੇ ਘਬਰਾਹਟ ਹੁੰਦੀ ਹੈ, ਜ਼ਰੂਰ ਹੁੰਦੀ ਹੈ, ਪਰ ਫਿਰ ਵੀ ਆਪਣੇ ਆਪ ਨੂੰ ਹੁਣ ਖੜੇ ਤਾਂ ਕਰਨਾ ਪੈਣਾ ਹੀ ਹੈ। ਠੀਕ ਹੈ ਜੀ, ਪਰ ਬਚਪਨ ਤੋਂ ਹੀ ਤੀਖਣ ਬੁੱਧੀ ਹੋਣ ਕਾਰਨ ਸ਼ਰਫ ਨੇ 14 ਕੁ ਸਾਲ ਦੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰਤੀ। ਦੇਖ ਲਓ, 14 ਕੁ ਸਾਲ ਦੀ ਉਮਰ ਵਿੱਚ ਹੀ। ਠੀਕ ਹੈ ਨਾ, ਕਾਫੀ ਬੁੱਧੀਮਾਨ ਸੀ, ਹੁਸ਼ਿਆਰ ਸੀਗੇ। ਠੀਕ ਹੈ ਜੀ, ਸ਼ਰਫ ਦੇ ਜੀਵਨ ਕਾਲ ਵਿੱਚ ਪੰਜਾਬ ਵਿੱਚ ਸੁਤੰਤਰਤਾ ਪ੍ਰਾਪਤੀ ਲਈ ਸੰਘਰਸ਼ ਜ਼ੋਰਾਂ 'ਤੇ ਸੀਗਾ। ਠੀਕ ਹੈ ਜੀ, ਫਿਰ ਰਾਜਨੀਤਿਕ ਧਾਰਮਿਕ ਲਹਿਰਾਂ ਦਾ ਆਪੋ ਆਪਣੇ ਖੇਤਰਾਂ ਵਿੱਚ ਕਾਫੀ ਸਰਗਰਮ ਸਨ। ਠੀਕ ਹੈ, ਅਤੇ ਸ਼ਰਫ ਜਿਹੜੇ ਸੀਗੇ ਉਹ ਇਹਨਾਂ ਲਹਿਰਾਂ ਨੇ ਸ਼ਰਫ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ। ਠੀਕ ਹੈ ਨਾ, ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਆ ਹੁਣ ਅੱਜ ਕੱਲ੍ਹ, ਜੋ ਵੀ ਰਚਨਾਵਾਂ ਲਿਖ ਰਹੇ ਨੇ ਲੇਖਕ, ਉਹ ਅੱਜ ਕੱਲ੍ਹ ਦੇ ਮਾਹੌਲ ਦੇ ਹਿਸਾਬ ਨਾਲ ਮਤਲਬ ਪ੍ਰਭਾਵ ਤਾਂ ਪੈਂਦਾ ਹੀ ਹੈ ਨਾ। ਕਵੀ 'ਤੇ ਕੋਈ ਵੀ ਰਾਈਟਰ ਆ ਜਾਂ ਕਲਮ ਹੈ, ਉਹਦੇ 'ਤੇ ਪ੍ਰਭਾਵ ਆਲੇ ਦੁਆਲੇ ਦਾ ਪੈਂਦਾ ਹੀ ਪੈਂਦਾ ਹੈ। ਸ਼ਰਫ ਨੂੰ ਅੱਗੇ ਵੀ ਦੇਖਦੇ ਆ, ਕਵਿਤਾ ਦੇ ਖੇਤਰ ਵਿੱਚ ਇਹ ਇੰਪੋਰਟੈਂਟ ਲਾਈਨ ਹੈ ਵੀ ਕਵਿਤਾ ਦੇ ਖੇਤਰ ਵਿੱਚ ਇਹ ਯੁੱਗ ਸਟੇਜੀ ਕਵਿਤਾ ਜਾਂ ਦਰਬਾਰੀ ਕਵਿਤਾ ਦਾ ਸੀਗਾ। ਜਦੋਂ ਫਿਰੋਜ਼ੁਦੀਨ ਸ਼ਰਫ ਜੀ ਦੀ ਗੱਲ ਆਪਾਂ ਕਰਦੇ ਹਾਂ ਤਾਂ ਉਦੋਂ ਸਟੇਜੀ ਕਵਿਤਾ, ਜਿੱਦਾਂ ਆਪਾਂ ਕਵਿਤਾਵਾਂ ਦੇ ਝੁਕਾਅ ਕਰਦੇ ਹਾਂ ਨਾ, ਕਦੀ ਰੋਮਾਂਸਵਾਦੀ ਝੁਕਾਅ ਹੋ ਗਿਆ, ਕਦੀ ਨਵ ਰਹੱਸਵਾਦੀ ਹੋ ਗਿਆ। ਠੀਕ ਹੈ ਨਾ, ਇਸ ਤਰ੍ਹਾਂ। ਤਾਂ ਹੁਣ ਉਦੋਂ ਸਟੇਜੀ ਕਵਿਤਾ ਦਾ ਦੌਰ ਚੱਲ ਰਿਹਾ ਸੀਗਾ। ਠੀਕ ਹੈ ਜੀ, ਤਾਂ ਇਸ ਲਈ ਸ਼ਰਫ ਨੇ ਵੀ ਕਿਹੋ ਜਿਹੀ ਕਵਿਤਾ ਲਿਖੀ ਬਈ, ਸਟੇਜੀ ਢੰਗ ਦੀ ਕਵਿਤਾ ਹੀ ਲਿਖੀ ਹੈ। ਉਸ ਦਾ ਉਸਤਾਦ ਕੌਣ ਸੀ ਵੀ? ਹਮਦਮ, ਮੁਹੰਮਦ ਰਮਜ਼ਾਨ ਹਮਦਮ। ਠੀਕ ਹੈ ਜੀ, ਇਹ ਉਹਨਾਂ ਦੇ ਜਿਹੜੇ ਉਸਤਾਦ ਨੇ, ਅਤੇ ਫਿਰੋਜ਼ੁਦੀਨ ਸ਼ਰਫ ਜੀ ਇਹਨਾਂ ਦੇ ਸ਼ਾਗਿਰਦ ਰਹੇ ਨੇ। ਤਾਂ ਸ਼ਰਫ ਦਾ ਦੇਹਾਂਤ 11 ਮਾਰਚ 1955 ਈਸਵੀ ਨੂੰ ਲਾਹੌਰ ਵਿਖੇ ਅਧਰੰਗ ਦੀ ਬਿਮਾਰੀ ਨਾਲ ਹੋ ਗਿਆ। ਠੀਕ ਹੈ ਜੀ, ਅਧਰੰਗ ਦੀ ਬਿਮਾਰੀ ਦੇ ਨਾਲ। ਹੁਣ ਮੇਨ ਨੋਟ ਕਰ ਲਈਏ ਵੀ ਪ੍ਰਮੁੱਖ ਜਿਹੜੀਆਂ ਇਹਨਾਂ ਦੀਆਂ ਕਾਵ ਪੁਸਤਕਾਂ ਨੇ, ਦੁੱਖਾਂ ਦੇ ਕੀਰਨੇ, ਨੂਰੀ ਦਰਸ਼ਨ, ਸੁਨਹਿਰੀ ਕਲੀਆਂ। ਠੀਕ ਹੈ ਜੀ, ਨੂਰਾਨੀ ਕਿਰਨਾਂ, ਸ਼ਹਿਰਫੀ ਮਜ਼ਦੂਰ, ਸ਼੍ਰੋਮਣੀ ਸ਼ਹੀਦ, ਸ਼ਰਧਾ ਦੇ ਫੁੱਲ, ਸ਼ਰਫ ਹੁਲਾਰੇ, ਸ਼ਰਫ ਨਜ਼ਾਰੇ,
ਸ਼ਰਫ ਨਿਸ਼ਾਨੀ, ਸ਼ਰਫ ਉਡਾਰੀ, ਸ਼ਰਫ ਦੇ ਗੀਤ। ਇਹ ਤਾਂ ਜਿਹੜੇ ਜਿੱਥੇ ਜਿੱਥੇ ਸ਼ਰਫ ਸ਼ਰਫ ਲੱਗਾ ਉਹ ਤਾਂ ਯਾਦ ਹੋ ਹੀ ਜਾਣੇ ਆ ਨਾ। ਜੋਗਣ ਹੋ ਗਿਆ, ਸ਼ਰਫ ਸੁਨੇਹੇ, ਲਾਲਾਂ ਦੀਆਂ ਲੜੀਆਂ ਆਦਿ ਹਨ। ਠੀਕ ਹੈ ਜੀ। ਅੱਗੇ ਆਪਾਂ ਇਹਨਾਂ ਵਿੱਚੋਂ ਕੁਝ ਕਿਤਾਬਾਂ ਕੀਤੀਆਂ ਵੀ ਆ, ਦੇਖੋ ਹੈ ਨਾ, ਮੈਂ ਅੰਡਰਲਾਈਨ ਕਰਕੇ ਰੱਖਦੀ ਹੁੰਦੀ ਹਾਂ ਜਿਹੜੇ ਮੈਂ ਪਾ ਦਿੱਤੇ ਆ ਪ੍ਰਸ਼ਨ। ਸ਼ਰਫ ਦੀ ਪਹਿਲੀ ਪੁਸਤਕ ਸੀਗੀ ਵੀ ਦੁੱਖਾਂ ਦੇ ਕੀਰਨੇ। ਠੀਕ ਹੈ ਜੀ, ਜਿਹੜੀ ਕਿ ਅੰਗਰੇਜ਼ਾਂ ਨੇ ਕੀ ਕੀਤੀ ਸੀ, ਇੱਕ ਦੇਸ਼ ਭਗਤੀ ਦੀ ਰਚਨਾ ਸੀਗੀ ਇਹ, ਦੇਸ਼ ਭਗਤੀ ਦੇ ਭਾਵ ਸੀ ਇਹਦੇ ਵਿੱਚ ਬਹੁਤ ਜ਼ਿਆਦਾ, ਤਾਂ ਅੰਗਰੇਜ਼ਾਂ ਨੇ ਕੀ ਕੀਤਾ ਸੀ, ਜ਼ਬਤ ਕਰ ਲਈ ਸੀ ਇਹ ਕਿਤਾਬ। ਇਸ ਜੁਰਮ ਦੇ ਬਦਲੇ, ਦੇਖੋ ਇਸ ਜੁਰਮ ਦੇ ਬਦਲੇ, ਜੁਰਮ ਕਿਹਾ ਇਸ ਨੂੰ ਹੈ ਨਾ ਅੰਗਰੇਜ਼ਾਂ ਨੇ, ਤਾਂ ਸ਼ਰਫ ਨੂੰ 2 ਸਾਲ ਦੀ ਕੈਦ ਵੀ ਹੋ ਗਈ ਹੈ, ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਫਿਰ ਸ਼ਰਫ ਦੀਆਂ ਹੋਰ ਰਚਨਾਵਾਂ ਵਿੱਚ ਵੀ ਦੇਸ਼ ਪਿਆਰ, ਸੰਪਰਦਾਇਕ ਏਕਤਾ, ਠੀਕ ਹੈ ਨਾ, ਵੀ ਮਤਲਬ ਧਰਮ ਦੀ ਏਕਤਾ ਰੱਖੋ, ਉਹ ਚੀਜ਼ਾਂ 'ਤੇ ਉਹ ਵਿਸ਼ੇ ਸੀ ਉਹਨਾਂ ਦੀਆਂ ਕਵਿਤਾਵਾਂ ਦੇ। ਪੰਜਾਬੀ ਸੱਭਿਆਚਾਰ ਪ੍ਰਤੀ ਮੋਹ, ਪੰਜਾਬੀ ਬੋਲੀ ਨਾਲ ਪਿਆਰ ਆਦਿ ਵਿਸ਼ੇ ਅਪਣਾਏ। ਵਿਸ਼ਿਆਂ ਨੂੰ ਨੋਟ ਜ਼ਰੂਰ ਕਰ ਲੈਣਾ, ਠੀਕ ਹੈ ਜੀ, ਵੀ ਕੋਈ ਕਵੀ ਕਿਸ ਤਰ੍ਹਾਂ ਦੇ ਵਿਸ਼ਿਆਂ 'ਤੇ ਕਵਿਤਾਵਾਂ ਲਿਖਦਾ ਸੀ। ਸ਼ਰਫ ਦੀ ਕਾਵਿ ਰਚਨਾ ਦੀ ਮਹਾਨਤਾ ਨੂੰ ਸਵੀਕਾਰਦਿਆਂ ਪੰਜਾਬੀ ਮਹਿਕਮਾ ਪੈਪਸੂ ਸਰਕਾਰ ਨੇ 1953 ਈਸਵੀ ਵਿੱਚ ਉਸਨੂੰ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ। ਠੀਕ ਹੈ ਜੀ, ਇਹ ਇੰਪੋਰਟੈਂਟ ਗੱਲ ਹੈ, ਨੋਟ ਕਰ ਲੈਣਾ। ਉਸ ਦੀ ਪੁਸਤਕ ਸੁਨਹਿਰੀ ਕਲੀਆਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ 750 ਰੁਪਏ ਦਾ ਇਨਾਮ ਮਿਲਿਆ। ਠੀਕ ਹੈ ਜੀ, ਕਿਸ ਕਿਤਾਬ ਨੂੰ ਮਿਲਿਆ ਇਨਾਮ, ਸੁਨਹਿਰੀ ਕਲੀਆਂ ਨੂੰ। ਸ਼ਰਫ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਪੰਜਾਬ ਨੂੰ ਅੰਤਾਂ ਦਾ ਮੋਹ ਕਰਦਾ ਹੈ। ਠੀਕ ਹੈ ਜੀ, ਅਸੀਂ ਕੀਤਾ ਸੀ ਜਦੋਂ ਧਨੀ ਰਾਮ, ਅੱਗੇ ਪੜ੍ਹਦੇ ਹਾਂ, ਧਨੀ ਰਾਮ ਚਾਤ੍ਰਿਕ ਵਾਂਗ ਪੰਜਾਬੀ ਬੋਲੀ ਉਸ ਲਈ ਮਾਂ ਸਮਾਨ ਹੈ। ਜਦੋਂ ਅਸੀਂ ਧਨੀ ਰਾਮ ਚਾਤ੍ਰਿਕ ਜੀ ਵਾਲੀ ਵੀਡੀਓ ਕੀਤੀ ਸੀਗੀ ਤਾਂ ਉਸ ਵਿੱਚ ਅਸੀਂ ਉਹਨਾਂ ਨੂੰ ਪੰਜਾਬੀਅਤ ਦੇ ਕਵੀ ਵਜੋਂ ਆਪਾਂ ਪੜ੍ਹਿਆ ਸੀ ਨਾ ਉਹਨਾਂ ਨੂੰ, ਕਿ ਪੰਜਾਬੀਅਤ ਦੇ ਕਵੀ ਧਨੀ ਰਾਮ ਚਾਤ੍ਰਿਕ ਨੇ। ਇਸੇ ਤਰ੍ਹਾਂ ਹੀ ਕਹਿੰਦੇ ਇਹ ਵੀ ਉਹ ਧਨੀ ਰਾਮ ਚਾਤ੍ਰਿਕ ਵਾਂਗ ਹੀ ਹਨ ਸ਼ਰਫ ਜੀ। ਠੀਕ ਹੈ ਜੀ, ਉਹ ਪੰਜਾਬੀਆਂ ਵੱਲੋਂ ਹੀ ਇਸ ਦੀ ਕੀਤੀ ਜਾ ਰਹੀ ਦੁਰਗਤੀ ਤੋਂ ਦੁਖੀ ਸੀ। ਹਾਂ, ਜਿੱਦਾਂ ਹੁਣ ਆਪਾਂ ਹੀ ਪੰਜਾਬੀ, ਜਿਸ ਤਰ੍ਹਾਂ ਅੱਜ ਕੱਲ੍ਹ ਤੁਸੀਂ ਦੇਖਦੇ ਹੀ ਹੋ ਨਾ, ਤਾਂ ਦੇਖੋ ਕੀ ਲਿਖਦੇ ਨੇ, 17 ਇੰਪੋਰਟੈਂਟ ਨੇ, ਨੋਟ ਕਰ ਲੈਣੀਆਂ। ਅੱਖਾਂ ਮੀਟ ਕੇ ਨੁੱਕਰੇ ਰਹਾਂ ਬੈਠੀ, ਟੁੱਟੀ ਹੋਈ ਰਬਾਬ ਰਬਾਬੀਆਂ ਦੀ, ਪੁੱਛੀ ਸਾਰਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਠੀਕ ਹੈ ਨਾ, ਇਹ ਉਹਨਾਂ ਨੇ ਆਪਣਾ ਜਿਹੜਾ ਅੰਦਰਲਾ ਦੁੱਖ ਪੇਸ਼ ਕੀਤਾ, ਕਿਉਂਕਿ ਜਿਸ ਤਰ੍ਹਾਂ ਪੰਜਾਬੀਆਂ ਵੱਲੋਂ ਹੀ ਪੰਜਾਬੀ ਬੋਲੀ ਨੂੰ ਮਾਣ ਸਨਮਾਨ ਨਹੀਂ ਦਿੱਤਾ ਜਾ ਰਿਹਾ ਸੀ, ਉਹ ਚੀਜ਼ਾਂ ਉਹਨਾਂ ਨੇ ਲਿਖੀਆਂ ਨੇ। ਤਾਂ ਅੱਗੇ ਹੈ ਵੀ ਉਹ ਆਪਣੇ ਆਪ ਨੂੰ ਪੰਜਾਬੀ ਦਾ ਸੇਵਕ ਅਖਵਾਉਣ ਵਿੱਚ ਫਖਰ ਮਹਿਸੂਸ ਕਰਦੇ ਨੇ, ਮਾਣ ਮਹਿਸੂਸ ਕਰਦੇ ਨੇ। ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਸਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਇਹ ਵੀ ਉਹਨਾਂ ਦੀਆਂ ਬਹੁਤ ਪ੍ਰਸਿੱਧ ਸਤਰਾਂ ਨੇ, ਨੋਟ ਕਰ ਲੈਣਾ। ਠੀਕ ਹੈ ਜੀ, ਫਿਰੋਜ਼ੁਦੀਨ ਸ਼ਰਫ ਆਪ ਇੱਕ ਮੁਸਲਿਮ ਸੀ, ਪਰ ਉਹ ਉਦਾਰ ਦ੍ਰਿਸ਼ਟੀਕੋਣ ਰੱਖਣ ਵਾਲਾ ਅਜਿਹਾ ਮਾਨਵਵਾਦੀ ਲੇਖਕ ਸੀ ਜਿਸ ਨੇ ਸਿੱਖੀ ਤੇ ਸਿੱਖ ਸ਼ਹੀਦਾਂ ਬਾਰੇ ਵੀ ਸੁੰਦਰ ਕਵਿਤਾਵਾਂ ਲਿਖੀਆਂ। ਠੀਕ ਹੈ ਜੀ, ਸਿੱਖੀ ਇਤਫਾਕ, ਨੋਟ ਕਰ ਲੈਣਾ, ਸਿੱਖੀ ਇਤਫਾਕ, ਪੰਥ ਸੰਦੇਸ਼ਾ, ਸਿੱਖਾਂ ਦੀ ਆਨ, ਨਨਕਾਣੇ ਦੇ ਸ਼ਹੀਦਾਂ ਦੀ ਦਾਸਤਾਨ ਆਦਿ ਅਜਿਹੀਆਂ ਕਵਿਤਾ ਹਨ ਜੋ ਸ਼ਰਫ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਨੂੰ ਪ੍ਰਗਟਾਉਂਦੀਆਂ ਨੇ। ਇਹ ਕਿਤਾਬਾਂ ਨੂੰ ਨੋਟ ਕਰ ਲੈਣਾ, ਕਵਿਤਾਵਾਂ ਨੂੰ ਨੋਟ ਕਰ ਲੈਣਾ। ਠੀਕ ਹੈ ਜੀ, ਇਸੇ ਤਰ੍ਹਾਂ ਸ਼ਰਫ ਨੇ ਅੰਗਰੇਜ਼ੀ ਸਰਕਾਰ ਵਿਰੋਧੀ ਵੀ ਕਈ ਕਵਿਤਾਵਾਂ ਲਿਖੀਆਂ ਜੋ ਇਸ ਗੱਲ ਦਾ ਪ੍ਰਮਾਣ ਹਨ ਕਿ ਸ਼ਰਫ ਨਾ ਕੇਵਲ ਸਿੱਖੀ ਤੇ ਪੰਜਾਬ ਨੂੰ ਪਿਆਰ ਕਰਦਾ, ਸਗੋਂ ਸੱਚੇ ਤੌਰ 'ਤੇ ਸੱਚੇ ਅਰਥਾਂ ਵਿੱਚ ਇੱਕ ਦੇਸ਼ ਭਗਤ ਦੇ ਤੌਰ 'ਤੇ ਮਾਨਵਵਾਦੀ ਕਵੀ ਆ। ਠੀਕ ਹੈ ਜੀ, ਮਾਨਵਵਾਦੀ ਕਵੀ, ਨੋਟ ਕਰ ਲੈਣਾ। ਚਲੋ ਬਈ, ਅੱਗੇ ਇਹਨਾਂ ਦੀਆਂ ਲਾਈਨਾਂ 17 ਪੜ੍ਹਦੇ ਨਾ। ਹਸ਼ਰ ਤੀਕ ਕਹਾਣੀਆਂ ਪੈਣੀਆਂ ਨੇ, ਤੇਰੇ ਡਾਇਰ ਉਡਵਾਇਰ ਨੇ ਵੈਰ ਕੀਤੇ, ਭੁੰਨ ਸੁੱਟਿਆ ਬੱਚਿਆਂ ਬੁੱਢਿਆਂ ਨੂੰ, ਦਿਲ ਖੋਲ ਬੰਦੂਕਾਂ ਦੇ ਫੈਰ ਕੀਤੇ। ਇਸ ਜ਼ੁਲਮ ਬੇਹੱਦ ਤੇ ਕਹਿਣ ਜ਼ਾਲਮ, ਖਬਰਦਾਰ ਨਾ ਕਦੀ ਫਰਿਆਦ ਹੋਵੇ, ਕਰੋ ਹਿੰਦੀਓ ਰਲ ਕੇ ਕੋਈ ਕੰਮ ਐਸਾ, ਸਾਡੀ ਮਾਦਰ ਵਤਨ ਆਜ਼ਾਦ ਹੋਵੇ। ਦੇਖੋ ਨਾ, ਠੀਕ ਹੈ, ਉਹਨਾਂ ਨੇ ਆਪਣੇ ਅੰਗਰੇਜ਼ਾਂ ਦੇ ਵਿਰੋਧ ਦੇ ਵਿੱਚ ਵੀ ਕਵਿਤਾਵਾਂ ਜਿਹੜੀਆਂ ਨੇ ਲਿਖੀਆਂ ਨੇ। ਅੱਗੇ ਵੀ ਦੇਖੋ, ਰੂਪਕ ਪੱਖ। ਸ਼ਰਫ ਦੀ ਸਾਰੀ ਕਵਿਤਾ ਸਟੇਜੀ ਰੰਗ ਦੀ, ਆਪਾਂ ਪਹਿਲਾਂ ਹੀ ਪੜ੍ਹ ਲਿਆ ਕਿ ਉਦੋਂ ਦੌਰ ਹੀ ਸਟੇਜੀ ਕਵਿਤਾ ਦਾ ਸੀਗਾ ਕਵਿਤਾ ਦੇ ਵਿੱਚ, ਤਾਂ ਫਿਰ ਉਹ ਸਟੇਜੀ ਕਵਿਤਾ ਹੀ ਉਹਨਾਂ ਨੇ ਸ਼ਰਫ ਜੀ ਨੇ ਲਿਖੀ ਹੈ। ਠੀਕ ਹੈ ਜੀ, ਜਦੋਂ ਸ਼ਰਫ ਜੀ ਕਵੀ ਦਰਬਾਰਾਂ ਵਿੱਚ ਜਾਂਦੇ ਸੀ ਤਾਂ ਨੰਦ ਲਾਲ ਨੂਰਪੁਰੀ, ਵਿਧਾਤਾ ਸਿੰਘ ਧੀਰ, ਇਹਨਾਂ ਦੇ ਨਾਲ ਕਵਿਤਾ ਜਿਹੜੀ ਸੀ ਉਹ ਬੋਲਦੇ ਹੁੰਦੇ ਸੀਗੇ। ਠੀਕ ਹੈ ਜੀ, ਤਾਂ ਕਿਹਾ ਜਾਂਦਾ ਹੈ ਇਸ ਤਰ੍ਹਾਂ, ਤਾਂ ਕਹਿੰਦੇ ਸੀ ਕਿ ਇਹ ਪਹਿਲੇ ਨੰਬਰ 'ਤੇ ਆਉਂਦੇ ਹੁੰਦੇ ਸੀਗੇ। ਠੀਕ ਹੈ ਜੀ, ਚਲੋ ਵੀ ਇਸ ਲਈ ਉਹਨਾਂ ਨੇ ਮਤਲਬ ਇਸ ਤਰ੍ਹਾਂ ਦੇ, ਦੇਖੋ ਵਿਧਾਤਾ ਸਿੰਘ ਧੀਰ ਵਰਗੇ, ਆਪਣੇ ਨੰਦ ਲਾਲ ਨੂਰਪੁਰੀ ਵਰਗੇ ਕਵੀਆਂ ਦੇ ਨਾਲ ਇਹਨਾਂ ਨੇ ਸਟੇਜ ਦੇ ਉੱਤੇ ਜਿਹੜੀ ਹੈ ਮਤਲਬ ਦਰਬਾਰਾਂ ਦੇ ਵਿੱਚ, ਕਵੀ ਦਰਬਾਰਾਂ ਵਿੱਚ ਇਹ ਕਵਿਤਾਵਾਂ ਜਿਹੜੀਆਂ ਬੋਲਦੇ ਰਹੇ ਨੇ। ਇਸ ਲਈ ਉਸਨੇ ਆਪਣੀ ਕਵਿਤਾ ਵਿੱਚ ਪਰੰਪਰਾਗਤ ਛੰਦ ਵਰਤੇ। ਕਿਹੜੇ ਬਈ, ਜਿਵੇਂ ਕਵਿਤ, ਕੋਰੜਾ, ਦਵਈਆ, ਦੋਹਰਾ, ਡਿਊਡ ਜਾਂ ਅਤੇ ਬੈਂਤ। ਠੀਕ ਹੈ ਜੀ, ਇਹ ਸਾਰੇ ਛੰਦ ਨੇ।
ਮੈਂ ETT ਸਾਇੰਸ ਵਾਲਿਆਂ ਕਰਕੇ ਦੱਸਦੀ ਹੁੰਦੀ ਹਾਂ, ਬਾਕੀ ਮਾਸਟਰ ਕੇਡਰ ਨੂੰ ਪਤਾ ਹੀ ਹੁੰਦਾ ਹੈ, ਪੰਜਾਬੀ ਵਾਲੇ ਸਾਰਿਆਂ ਨੂੰ ਪਤਾ ਹੁੰਦਾ ਹੈ। ਥੋੜ੍ਹਾ ਜਿਹਾ ETT ਸਾਇੰਸ ਵਾਲਿਆਂ ਕਰਕੇ ਸਾਨੂੰ ਥੋੜ੍ਹਾ ਜਿਹਾ ਗਹਿਰਾਈ ਵਿੱਚ ਜਿਹੜਾ ਦੱਸਣਾ ਪੈਂਦਾ ਹੈ। ਉਸ ਦੀ ਰਚਨਾ ਕਈ ਕਾਵਿ ਭੇਦਾਂ ਵਿੱਚ ਹੈ, ਜਿਵੇਂ ਗਜ਼ਲ, ਰੁਬਾਈ, ਵਾਰ ਤੇ ਗੀਤ। ਦੇਖੋ ਕਵਿਤਾ ਦੇ ਵੀ ਭੇਦ, ਮਤਲਬ ਗਜ਼ਲ ਵੀ ਲਿਖਦੇ ਨੇ, ਰੁਬਾਈ, ਵਾਰ ਤੇ ਗੀਤ ਲਿਖਦੇ ਨੇ। ਉਸ ਦੀ ਕਵਿਤਾ ਅਲੰਕਾਰਿਕ ਖੂਬੀਆਂ ਨਾਲ ਭਰਪੂਰ ਹੈ ਤੇ ਬੋਲੀ ਮੁਹਾਵਰੇਦਾਰ ਹੈ। ਦੇਖੋ ਬਈ, ਕਾਲੀ ਜ਼ੁਲਫ ਨਾ ਰਾਤ ਦੀ ਮੁੱਕਦੀ ਸੀ, ਬੈਠਾ ਸੱਪ ਵਾਂਗੂ ਵਿਸ ਘੋਲਦਾ ਸਾਂ। ਠੀਕ ਹੈ ਜੀ, ਇਹ ਵੀ ਉਹਨਾਂ ਦੀ ਸਤਰ ਹੈ, ਨੋਟ ਕਰ ਲੈਣਾ। ਸ਼ਰਫ ਦੀ ਕਵਿਤਾ ਨਵੀਨਤਾ ਤੇ ਪਰੰਪਰਾ ਦਾ ਸੁੰਦਰ ਸੁਮੇਲ ਹੈ। ਉਸਦੇ ਲਗਭਗ ਸਾਰੇ ਵਿਸ਼ੇ ਨਵੀਨ ਤੇ ਸਮਕਾਲੀ ਹਨ। ਠੀਕ ਹੈ ਜੀ, ਪਰ ਉਸਦਾ ਕਹਿਣ ਦਾ ਢੰਗ ਕਿਹੋ ਜਿਹਾ ਹੈ? ਪਰੰਪਰਾਗਤ ਹੈ। ਠੀਕ ਹੈ ਜੀ, ਸ਼ੈਲੀ ਪਰੰਪਰਾਗਤ ਹੈ। ਵਿਸ਼ੇ ਕਿਹੜੇ ਨੇ? ਵਿਸ਼ੇ ਨਵੀਨ ਤੇ ਸਮਕਾਲੀ ਨੇ, ਪਰ ਜਿਹੜੀ ਸ਼ੈਲੀ ਹੈ ਜਾਂ ਜੋ ਕਹਿਣ ਦਾ ਢੰਗ ਹੈ ਉਹ ਪਰੰਪਰਾਗਤ ਹੈ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਇੱਕ ਹੋਰ ਨਵੇਂ ਆਪਾਂ ਕਵੀ ਦੇ ਨਾਲ ਮਿਲਾਂਗੇ, ਤਾਂ ਇਸ ਨੂੰ ਵੀਡੀਓ ਨੂੰ ਸ਼ੇਅਰ ਕਰ ਦੇਣਾ ਅਤੇ ਸਾਰਿਆਂ ਨੇ ਇਸ ਨੂੰ ਧਿਆਨਪੂਰਵਕ ਸੁਣ ਲੈਣਾ। ਤਾਂ ਦੇਖੋ, ਇਸ ਤਰ੍ਹਾਂ ਜਦੋਂ ਅਸੀਂ ਥਿਊਰੀ ਪੜ੍ਹਦੇ ਹਾਂ ਨਾ, ਜਦੋਂ ਅਸੀਂ ਉਹਨਾਂ ਦੀ ਕਿਸੇ ਕਵੀ ਦੇ ਰਾਈਟਰ ਜ਼ਿੰਦਗੀ ਬਾਰੇ ਪੜ੍ਹਦੇ ਹਾਂ, ਤਾਂ ਫਿਰ ਸਾਨੂੰ ਉਹਨਾਂ 'ਚ ਇੰਟਰਸਟ ਹੋਣ ਲੱਗ ਜਾਂਦਾ। ਫਿਰ ਅਸੀਂ ਉਹਨਾਂ ਦੇ ਜੋ ਰਚਨਾਵਾਂ ਨੇ ਉਹ ਸਾਨੂੰ ਫਿਰ ਟਿਪਸ 'ਤੇ ਯਾਦ ਹੋ ਜਾਂਦੀਆਂ ਵਾ। ਠੀਕ ਹੈ ਜੀ, ਕਿਉਂਕਿ ਜੇ ਅਸੀਂ ਸਿੱਧਾ ਉਹਨਾਂ ਦੀਆਂ ਰਚਨਾਵਾਂ ਹੀ ਯਾਦ ਕਰਨ ਲੱਗ ਜਾਈਏ ਤਾਂ ਸਾਨੂੰ ਨਹੀਂ ਯਾਦ ਹੋਵੇਗਾ। ਇਸ ਤਰ੍ਹਾਂ ਕੁਛ ਨਾ ਕੁਛ ਜ਼ਿੰਦਗੀ ਦੀਆਂ ਘਟਨਾਵਾਂ ਉਹਨਾਂ ਦੀਆਂ ਸਾਡੇ ਦਿਮਾਗ 'ਚ ਫਿੱਟ ਹੋਣੀਆਂ ਚਾਹੀਦੀਆਂ। ਓਕੇ ਜੀ, ਧੰਨਵਾਦ ਤੁਹਾਡਾ ਸਭ ਦਾ। ਵੀਡੀਓ ਨੂੰ ਲਾਈਕ ਕਰ ਦੇਣਾ ਜੀ, ਧੰਨਵਾਦ।